ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਮੁੱਦਾ ਦੇ ਵਿੱਚ। ਇਮੋਸ਼ਨਸ, ਭਾਵਨਾਵਾਂ ਸਾਡੇ ਸਾਰਿਆਂ ਦੇ ਵਿੱਚ ਹੈਗੀਆਂ ਨੇ। ਅਸੀਂ ਉਹਨਾਂ ਇਮੋਸ਼ਨਸ ਕਰਕੇ ਹੀ ਸਾਰੇ ਕੰਮ ਕਰਦੇ ਹਾਂ। ਇਮੋਸ਼ਨਲ ਹੋ ਕੇ ਸਾਰੇ ਕੰਮ ਕਰਦੇ ਹਾਂ। ਕਈ ਵਾਰ ਕਿਸੇ ਸਿਚੁਏਸ਼ਨ ਨੂੰ ਦੇਖ ਕੇ ਇਮੋਸ਼ਨਲ ਹੋ ਜਾਂਦੇ ਹਾਂ, ਕਈ ਵਾਰ ਕਿਸੇ ਗੱਲ ਨੂੰ ਸੁਣ ਕੇ ਇਮੋਸ਼ਨਲ ਹੋ ਜਾਂਦੇ ਹਾਂ, ਕਈ ਵਾਰ ਕਿਸੇ ਦੀ ਦੁੱਖ ਨੂੰ ਦੇਖ ਕੇ ਇਮੋਸ਼ਨਲ ਹੋ ਜਾਂਦੇ ਹਾਂ, ਕਈ ਵਾਰ ਕਿਸੇ ਦੇ ਸੁੱਖ ਨੂੰ ਦੇਖ ਕੇ ਵੀ ਇਮੋਸ਼ਨਲ ਹੋ ਜਾਂਦੇ ਹਾਂ। ਸਾਡੀਆਂ ਅੱਖਾਂ 'ਚ ਹੰਝੂ ਆ ਜਾਂਦੇ ਨੇ ਕਿਉਂਕਿ ਇਨਸਾਨ ਹੈ, ਇਨਸਾਨ ਇਮੋਸ਼ਨਸ ਦਾ ਪੁਤਲਾ ਹੈ। ਇਨਸਾਨ ਦੇ ਨਾਲ ਬਾਕੀ ਜੀਵ ਜੰਤੂ ਵੀ ਇਮੋਸ਼ਨਸ ਦੇ ਪੁਤਲੇ ਨੇ ਕਿਉਂਕਿ ਇਮੋਸ਼ਨਸ ਦੇ ਨਾਲ ਹੀ ਉਹ ਸਾਡੇ ਨਾਲ ਜੁੜਦੇ ਨੇ। ਇਮੋਸ਼ਨਸ ਦੇ ਨਾਲ ਹੀ ਅਸੀਂ ਉਹਨਾਂ ਦੇ ਨਾਲ ਜੁੜਦੇ ਹਾਂ। ਅਸੀਂ ਸਾਰੇ ਸੰਸਾਰ ਦੇ ਵਿੱਚ ਇਮੋਸ਼ਨਸ ਦੇ ਨਾਲ ਜੁੜੇ ਹੋਏ ਹਾਂ। ਤਾਂ ਇਹਨਾਂ ਇਮੋਸ਼ਨਸ ਦਾ ਖਾਸ ਸਥਾਨ ਹੈ ਪੋਲਿਟਿਕਸ ਦੇ ਵਿੱਚ। ਸਾਹਮਣੇ ਵਾਲਾ ਉਮੀਦਵਾਰ ਕੌਣ ਜੋ ਇਲੈਕਸ਼ਨਸ ਦੇ ਵਿੱਚ ਖੜਾ ਹੋਣ ਜਾ ਰਿਹਾ ਹੈ, ਜੋ ਪੋਲੀਟੀਸ਼ੀਅਨ ਹੈ, ਉਹ ਸਮਝਦਾ ਹੈ ਕਿ ਤੁਸੀਂ ਇਮੋਸ਼ਨਲ ਹੋ। ਉਹ ਤੁਹਾਨੂੰ ਇਮੋਸ਼ਨਲ ਕਰਦਾ ਹੈ ਤਾਂ ਕਿ ਤੁਹਾਡੀ ਸੋਚ, ਤੁਹਾਡਾ ਜੋ ਵਿਚਾਰ ਹੈ, ਤੁਹਾਡਾ ਜੋ ਦਿਮਾਗ ਹੈ, ਉਹਨਾਂ ਦੇ ਵੱਲ ਮੁੜ ਜਾਏ ਤੇ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਜ਼ਰੂਰ ਭੁਗਤਾਓ। ਤੁਸੀਂ ਉਹਨਾਂ ਨੂੰ ਜ਼ਰੂਰ ਚੁਣੋ। ਇਸ ਕਰਕੇ ਉਹ ਨਵੇਂ ਮੁੱਦੇ, ਨਵੀਆਂ ਗੱਲਾਂ, ਨਵੇਂ ਐਲਾਨ ਤੁਹਾਡੇ ਸਾਹਮਣੇ ਲੈ ਕੇ ਆਉਂਦਾ ਹੈ, ਤੁਹਾਨੂੰ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ, ਤੁਹਾਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦਾ ਹੈ। ਸੋ ਇਮੋਸ਼ਨਲ ਹੋ ਕੇ ਜਦੋਂ ਤੁਹਾਨੂੰ ਇਮੋਸ਼ਨਲ ਕਰ ਦਿੰਦਾ ਹੈ, ਕਿਉਂਕਿ ਖੁਦ ਵੀ ਤਾਂ ਇਮੋਸ਼ਨਲ ਹੋਏਗਾ ਨਾ, ਤਾਂ ਹੀ ਇਮੋਸ਼ਨਲ ਕਰੇਗਾ। ਜਦੋਂ ਤੁਹਾਨੂੰ ਇਮੋਸ਼ਨਲ ਕਰ ਦਿੰਦਾ ਹੈ ਤਾਂ ਉਸ ਵਕਤ ਤੁਸੀਂ ਕਹਿੰਦੇ ਹੋ, ਵਾਹ ਬਈ ਵਾਹ, ਇਹੀ ਤਾਂ ਉਹ ਬੰਦਾ ਹੈ ਜਿਸ ਦੀ ਸਾਨੂੰ ਤਲਾਸ਼ ਸੀ। ਇਹੀ ਤਾਂ ਉਹ ਇਨਸਾਨ ਹੈ ਜੋ ਸਾਨੂੰ ਸਾਰੇ ਦੁੱਖਾਂ ਤੋਂ, ਦਰਦਾਂ ਤੋਂ ਨਿਜਾਤ ਦਿਲਵਾ ਸਕਦਾ ਹੈ, ਸਾਨੂੰ ਫ੍ਰੀ ਕਰ ਸਕਦਾ ਹੈ। ਸੋ ਉਸ ਵੇਲੇ ਤੁਸੀਂ ਠੱਗੇ ਵੀ ਜਾ ਸਕਦੇ ਹੋ ਤੇ ਤੁਸੀਂ ਬਚ ਵੀ ਸਕਦੇ ਹੋ। ਕਿਵੇਂ? ਜੇ ਉਹ ਇਨਸਾਨ ਬਿਲਕੁਲ ਸੱਚਾ ਹੈ ਤਾਂ ਤੁਸੀਂ ਗਏ ਬਚ। ਤੁਸੀਂ ਉਹ ਮਸੀਹਾ ਲੱਭ ਲਿਆ ਜਿਹੜਾ ਤੁਹਾਨੂੰ ਸਾਰੇ ਦੁੱਖਾਂ ਤੋਂ, ਸਾਰੀਆਂ ਤਕਲੀਫਾਂ ਤੋਂ ਨਿਜਾਤ ਦਿਲਵਾਏਗਾ, ਫ੍ਰੀ ਕਰੇਗਾ। ਤੇ ਜੇ ਉਹ ਇਨਸਾਨ ਸੱਚਾ ਨਹੀਂ ਹੈ ਤਾਂ ਗਏ ਤੁਸੀਂ ਫਸ, ਕਿਉਂਕਿ ਅਗਲੇ 5 ਸਾਲ ਵਾਸਤੇ ਤੁਸੀਂ ਉਹਨੂੰ ਚੁਣ ਕੇ ਕੁਰਸੀ ਤੇ ਬਿਠਾ ਦੇਣਾ ਹੈ ਤੇ ਫਿਰ ਉਹਨੇ ਆਪਣੀ ਗੇਮ ਖੇਡਣੀ ਹੈ ਜੋ ਖੇਡਣਾ ਚਾਹੁੰਦਾ ਹੈ, ਕਿਉਂਕਿ ਉਹ ਕਾਮਯਾਬ ਹੋ ਗਿਆ ਤੁਹਾਨੂੰ ਇਮੋਸ਼ਨਲ ਕਰਕੇ, ਤੁਹਾਨੂੰ ਆਪਣੇ ਹੱਕ ਵਿੱਚ ਲੈ ਕੇ ਆਉਣ ਵਾਸਤੇ, ਤੇ ਤੁਸੀਂ ਬਣ ਗਏ ਇਮੋਸ਼ਨਲ ਫੂਲ। ਇਸ ਕਰਕੇ ਕਿਹਾ ਜਾਂਦਾ ਹੈ ਕਿ ਆਪਣੇ ਇਮੋਸ਼ਨਸ ਦਾ ਖਾਸ ਖਿਆਲ ਰੱਖੋ। ਹੁਣ ਇੱਕ ਰਾਜਨੀਤੀ ਵਾਲਾ ਕੌਣ ਹੁੰਦਾ ਹੈ? ਜੋ ਅਗਲੀਆਂ ਇਲੈਕਸ਼ਨਸ ਬਾਰੇ ਸੋਚਦਾ ਹੈ। ਤੇ ਇਸ ਤੋਂ ਉੱਤੇ ਉੱਠ ਕੇ ਇੱਕ ਸਟੇਟਸਮੈਨ ਹੁੰਦਾ ਹੈ ਜੋ ਅਗਲੀ ਜਨਰੇਸ਼ਨ ਬਾਰੇ ਸੋਚਦਾ ਹੈ। ਤਾਂ ਤੁਹਾਨੂੰ ਇਹ ਫਰਕ ਸਮਝਣਾ ਪਏਗਾ ਕਿ ਸਾਹਮਣੇ ਵਾਲਾ ਜੋ ਇਨਸਾਨ ਹੈ ਉਹ ਪੋਲੀਟੀਸ਼ੀਅਨ ਹੈ ਜਾਂ ਸਟੇਟਸਮੈਨ ਹੈ। ਜੇ ਉਹ ਪੋਲੀਟੀਸ਼ੀਅਨ ਹੈ ਤਾਂ ਉਹਦਾ ਵਾਸਤਾ ਸਿਰਫ ਤੁਹਾਡੀਆਂ ਵੋਟਾਂ ਤੱਕ ਹੈ, ਅਗਲੀ ਇਲੈਕਸ਼ਨਸ ਤੱਕ ਜੋ ਖੇਡਣਾ ਚਾਹੁੰਦਾ ਹੈ, ਜਿੱਤਣਾ ਚਾਹੁੰਦਾ ਹੈ, ਸਿਰਫ ਇਸ ਖੇਲ ਤੱਕ ਹੈ। ਪਰ ਜੋ ਵਾਕਈ ਸਟੇਟਸਮੈਨ ਹੈ ਤਾਂ ਉਹਦਾ ਸੰਬੰਧ ਆਉਣ ਵਾਲੀਆਂ ਪੀੜ੍ਹੀਆਂ ਤੱਕ ਹੈ। ਉਹ ਆਉਣ ਵਾਲੀਆਂ ਜਨਰੇਸ਼ਨਸ ਬਾਰੇ ਸੋਚਦਾ ਹੈ ਕਿ ਮੇਰੇ ਦੇਸ਼ ਦੇ ਬੱਚੇ ਜਦੋਂ ਨੌਜਵਾਨ ਹੋਣਗੇ, ਅੱਗੇ ਵਧਣਗੇ, ਉਹਨਾਂ ਦਾ ਕੀ ਭਵਿੱਖ ਹੋਏਗਾ। ਮੈਂ ਉਸ ਸੁਨਹਿਰੇ ਭਵਿੱਖ ਵਾਸਤੇ ਕੰਮ ਕਰਾਂ, ਆਪਣੇ ਦੇਸ਼ ਦੇ ਹਰ ਨਾਗਰਿਕ ਨੂੰ ਰਿਸਪੌਂਸਿਬਲ ਸਿਟੀਜ਼ਨ ਬਣਾਵਾਂ। ਮੈਂ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਾਂ ਕਿ ਅਸੀਂ ਸਾਰੇ ਮਿਲ ਜੁਲ ਕੇ ਇੱਕ ਪਰਿਵਾਰ ਵਾਕਣ, ਇੱਕ ਟੀਮ ਵਾਕਣ ਕੰਮ ਕਰੀਏ ਤਾਂ ਸਾਰਾ ਕੁਝ ਸੁਚੱਜੇ ਢੰਗ ਨਾਲ ਵਧੀਆ ਬਣਾ ਸਕਦੇ ਹਾਂ। ਅਸੀਂ ਸਾਰੇ ਹੀ ਇੱਕ ਵਧੀਆ ਜੀਵਨ ਜੀ ਸਕਦੇ ਹਾਂ, ਇੱਕ ਕੁਆਲਿਟੀ ਲਾਈਫ ਸਾਡੀ ਬਣ ਸਕਦੀ ਹੈ, ਸਟੈਂਡਰਡ ਆਫ ਲਿਵਿੰਗ ਸਾਡਾ ਸਾਰਿਆਂ ਦਾ ਵਧੀਆ ਬਣ ਸਕਦਾ ਹੈ। ਇਸ ਕਰਕੇ ਤੁਹਾਨੂੰ ਇਮੋਸ਼ਨਲ ਤਾਂ ਜ਼ਰੂਰ ਹੋਣਾ ਚਾਹੀਦਾ ਹੈ, ਪਰ ਇਮੋਸ਼ਨਲ ਫੂਲ ਨਹੀਂ ਬਣਨਾ ਚਾਹੀਦਾ। ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਕੇ, ਕੈਲਕੂਲੇਟ ਕਰਕੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਹਮਣੇ ਵਾਲਾ ਬੰਦਾ ਪੋਲੀਟੀਸ਼ੀਅਨ ਹੈ ਕਿ ਸਟੇਟਸਮੈਨ ਹੈ। ਇੱਕ ਸਟੇਟਸਮੈਨ ਨੂੰ ਪੁੱਛੋ ਕਿ ਜਿਹੜੇ ਇਹ ਸਾਰੇ ਮੁੱਦੇ, ਸਾਰੀਆਂ ਸਮੱਸਿਆਵਾਂ ਦੇਸ਼ ਦੇ ਅੰਦਰ ਨੇ, ਇਹ ਖਤਮ ਹੋਣੀਆਂ ਚਾਹੀਦੀਆਂ ਨੇ ਕਿ ਨਹੀਂ ਖਤਮ ਹੋਣੀਆਂ ਚਾਹੀਦੀਆਂ, ਤਾਂ ਉਹ ਸਟੇਟਸਮੈਨ ਕਹੇਗਾ ਕਿ ਬਿਲਕੁਲ ਖਤਮ ਹੋਣੀਆਂ ਚਾਹੀਦੀਆਂ ਨੇ। ਇਹ ਸਾਰੀਆਂ ਮੁਸੀਬਤਾਂ, ਇਹ ਸਾਰੀਆਂ ਸਮੱਸਿਆਵਾਂ, ਇਹ ਸਾਰੀਆਂ ਪ੍ਰੋਬਲਮਸ, ਇਹ ਸਾਰੇ ਝਗੜੇ, ਇਹ ਸਭ ਖਤਮ ਹੋਣੇ ਚਾਹੀਦੇ ਨੇ। ਸਾਰੇ ਮੁੱਦੇ ਖਤਮ ਹੋ ਜਾਣੇ ਚਾਹੀਦੇ ਨੇ ਤਾਂ ਕਿ ਜ਼ਿੰਦਗੀ ਬਿਲਕੁਲ ਸਮੂਥ ਚੱਲਦੀ ਰਹੇ, ਬਿਲਕੁਲ ਸਮੂਥ ਟਰੈਕ ਤੇ ਚੱਲਦੀ ਰਹੇ, ਬਿਲਕੁਲ ਬਹੁਤ ਪਿਆਰੀ ਜ਼ਿੰਦਗੀ ਚੱਲਦੀ ਰਹੇ। ਪਰ ਜੇ ਤੁਸੀਂ ਇੱਕ ਪੋਲੀਟੀਸ਼ੀਅਨ ਨੂੰ ਪੁੱਛੋਗੇ ਕਿ ਇਹ ਮੁੱਦੇ ਖਤਮ ਹੋਣੇ ਚਾਹੀਦੇ ਨੇ ਤਾਂ ਉਹਦਾ ਜਵਾਬ ਹੋਏਗਾ ਕਿ ਨਹੀਂ, ਮੁੱਦੇ ਖਤਮ ਨਹੀਂ ਹੋਣੇ ਚਾਹੀਦੇ, ਹੋਰ ਜ਼ਿਆਦਾ ਮੁੱਦੇ ਹੋਣੇ ਚਾਹੀਦੇ ਨੇ। ਕਿਉਂ? ਕਿਉਂਕਿ ਉਹਨਾਂ ਮੁੱਦਿਆਂ ਨੂੰ ਤਾਂ ਆਧਾਰ ਬਣਾ ਕੇ ਅਸੀਂ ਇਲੈਕਸ਼ਨਸ ਲੜਨੀਆਂ ਨੇ। ਉਹਨਾਂ ਮੁੱਦਿਆਂ ਨੂੰ ਆਧਾਰ ਬਣਾ ਕੇ ਤਾਂ ਅਸੀਂ ਵੱਡੇ ਲੈਕਚਰ ਦੇਣੇ ਨੇ। ਉਹਨਾਂ ਮੁੱਦਿਆਂ ਨੂੰ ਆਧਾਰ ਬਣਾ ਕੇ ਅਸੀਂ ਵੱਡੇ ਵਾਅਦੇ ਕਰਨੇ ਨੇ। ਉਹਨਾਂ ਮੁੱਦਿਆਂ ਨੂੰ ਆਧਾਰ ਬਣਾ ਕੇ ਤੁਸੀਂ ਸਾਰੇ ਇਮੋਸ਼ਨਲ ਜਦੋਂ ਹੋ ਜਾਓਗੇ, ਤੁਹਾਨੂੰ ਆਪਣੇ ਹੱਕ ਵਿੱਚ ਭੁਗਤਾਉਣਾ ਹੈ।
ਉਹਨਾਂ ਮੁੱਦਿਆਂ ਨੂੰ ਆਧਾਰ ਬਣਾ ਕੇ ਹੀ ਤਾਂ ਅਸੀਂ ਤੁਹਾਡੀਆਂ ਵੋਟਾਂ ਲੈਣੀਆਂ ਨੇ। ਇਸ ਕਰਕੇ ਜੇ ਮੁੱਦੇ ਹੀ ਖਤਮ ਹੋ ਗਏ ਤਾਂ ਸਾਰਾ ਖੇਲ ਖਤਮ ਹੋ ਜਾਏਗਾ। ਮੁੱਦੇ ਤਾਂ ਸਗੋਂ ਨਵੇਂ ਹੋਣੇ ਚਾਹੀਦੇ ਨੇ, ਕਿਉਂਕਿ ਉਹਨਾਂ ਮੁੱਦਿਆਂ ਨੂੰ ਆਧਾਰ ਬਣਾ ਕੇ ਜਦੋਂ ਅਸੀਂ ਇਲੈਕਸ਼ਨਸ ਲੜਾਂਗੇ, ਤੁਸੀਂ ਸਾਨੂੰ ਇਲੈਕਸ਼ਨ ਜਿਤਾਓਗੇ, ਤੁਸੀਂ ਸਾਨੂੰ ਪਾਵਰ 'ਚ ਲੈ ਕੇ ਆਓਗੇ, ਤਾਂ ਹੀ ਤਾਂ ਅਸੀਂ ਤੁਹਾਡੀ ਸੇਵਾ ਕਰ ਸਕਾਂਗੇ। ਤੁਹਾਡੀ ਸੇਵਾ ਕਰਨ ਵਾਸਤੇ ਸਾਨੂੰ ਮੁੱਦਿਆਂ ਦੀ ਲੋੜ ਹੈ। ਤੁਹਾਡੀ ਸੇਵਾ ਕਰਨ ਵਾਸਤੇ ਤਾਂ ਅਸੀਂ ਰਾਜਨੀਤੀ ਵਿੱਚ ਆਉਣਾ ਚਾਹੁੰਦੇ ਹਾਂ, ਤਾਂ ਭਲਿਓ ਲੋਕੋ ਜ਼ਰੂਰ ਆਓ, ਪਰ ਮੁੱਦੇ ਖਤਮ ਕਰੋ। ਨਹੀਂ, ਜੇ ਮੁੱਦੇ ਖਤਮ ਹੋ ਗਏ ਫਿਰ ਦੁਬਾਰਾ ਇਲੈਕਸ਼ਨਸ ਕਿਵੇਂ ਲੜਾਂਗੇ, ਦੁਬਾਰਾ ਅਸੀਂ ਤੁਹਾਡੀ ਸੇਵਾ ਕਿਵੇਂ ਕਰ ਸਕਾਂਗੇ। ਇਸ ਕਰਕੇ ਤੁਹਾਡੀ ਸੇਵਾ ਕਰਨ ਵਾਸਤੇ ਮੁੱਦੇ ਬਣੇ ਰਹਿਣੇ ਚਾਹੀਦੇ ਨੇ, ਤਾਂ ਮੁੱਦੇ ਹੋਰ ਵੀ ਜ਼ਿਆਦਾ ਹੋਣੇ ਚਾਹੀਦੇ ਨੇ, ਤਾਂ ਕਿ ਵੱਧ ਤੋਂ ਵੱਧ ਮੁੱਦਿਆਂ ਉੱਤੇ ਅਸੀਂ ਵੱਧ ਤੋਂ ਵੱਧ ਗੱਲਾਂ ਕਰ ਸਕੀਏ, ਤੁਹਾਨੂੰ ਇਮੋਸ਼ਨਲ ਫੂਲ ਬਣਾ ਕੇ ਆਪਣੇ ਹੱਕ ਵਿੱਚ ਭੁਗਤਾ ਸਕੀਏ ਤੇ ਤੁਹਾਡੀ ਸੇਵਾ ਕਰ ਸਕੀਏ। ਕਿਉਂਕਿ ਅਸੀਂ ਜਨਤਾ ਦੇ ਸੇਵਕ ਹਾਂ, ਤਾਂ ਸੇਵਾ ਕਰਨ ਵਾਸਤੇ ਸਾਨੂੰ ਮੁੱਦੇ ਚਾਹੀਦੇ ਨੇ, ਤਾਂ ਹੀ ਤਾਂ ਅਸੀਂ ਇਲੈਕਸ਼ਨਸ ਲੜ ਸਕਦੇ ਹਾਂ। ਸੋ ਇਹ ਹੋਏਗਾ ਇੱਕ ਪੋਲੀਟੀਸ਼ੀਅਨ ਦਾ ਜਵਾਬ, ਜੇ ਉਹ ਜਵਾਬ ਉੱਤੋਂ ਨਹੀਂ ਦੇਗਾ ਪਰ ਉਹਦੇ ਅੰਦਰ ਤਾਂ ਇਹ ਗੱਲ ਚੱਲ ਰਹੀ ਹੈ ਕਿ ਜੇ ਮੁੱਦੇ ਖਤਮ ਤਾਂ ਰਾਜਨੀਤੀ ਦਾ ਖੇਲ ਖਤਮ। ਪਰ ਇਹ ਉਹ ਰਾਜਨੀਤੀ ਨਹੀਂ ਹੈ ਜਿਹੜੀ ਰਾਜਨੀਤੀ ਸਾਡੇ ਵੱਡੇ ਵਡੇਰਿਆਂ ਨੇ ਦੇਖੀ ਸੀ। ਕਿੰਨਾ ਨੇ? ਜਿਹੜੇ ਸਾਡੇ ਸੰਤ ਮਹਾਂਪੁਰਖ ਨੇ, ਜਿਹੜੇ ਕਹਿੰਦੇ ਨੇ ਰਾਜਨੀਤੀ ਸੇਵਾ ਹੁੰਦੀ ਹੈ, ਜਿਹੜੇ ਕਹਿੰਦੇ ਨੇ ਜੋ ਰਾਜਾ ਹੁੰਦਾ ਹੈ ਉਹ ਸੇਵਕ ਹੁੰਦਾ ਹੈ, ਦਿਲੋਂ, ਉੱਤੋਂ ਨਹੀਂ, ਡਰਾਮਾ ਕਰਨ ਵਾਸਤੇ ਨਹੀਂ, ਸੱਚਮੁੱਚ। ਸੋ ਇਹ ਚੀਜ਼ਾਂ ਜਿਹੜੀਆਂ ਨੇ ਜਦੋਂ ਤੱਕ ਕਲੀਅਰ ਨਹੀਂ ਹੋਣਗੀਆਂ ਤੁਹਾਨੂੰ, ਤੁਸੀਂ ਇੱਕ ਚੰਗੇ ਵੋਟਰ ਨਹੀਂ ਬਣ ਸਕਦੇ। ਇਸ ਕਰਕੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਪੋਲੀਟੀਸ਼ੀਅਨਸ ਦੇ ਵਿੱਚ ਤੇ ਇੱਕ ਸਟੇਟਸਮੈਨ ਦੇ ਵਿੱਚ ਕੀ ਫਰਕ ਹੈ। ਤਾਂ ਹੀ ਤੁਸੀਂ ਕਹੋਗੇ ਕਿ ਮੁੱਦੇ ਬਿਲਕੁਲ ਖਤਮ ਹੋਣੇ ਚਾਹੀਦੇ ਨੇ, ਕਿਉਂਕਿ ਮੁੱਦਿਆਂ ਕਰਕੇ ਹੀ ਤਾਂ ਇਹ ਸਾਰੀ ਸਮੱਸਿਆ ਹੈ। ਜੇ ਮੁੱਦੇ ਨਹੀਂ ਰਹਿਣਗੇ ਤਾਂ ਸਮੱਸਿਆ ਨਹੀਂ ਰਹੇਗੀ, ਜ਼ਿੰਦਗੀ ਸਮੂਥ ਹੋ ਜਾਏਗੀ, ਸਾਰਿਆਂ ਦਾ ਕੁਆਲਿਟੀ ਆਫ ਲਾਈਫ ਵਧੀਆ ਹੋਏਗਾ ਔਰ ਸਾਰਿਆਂ ਦੀ ਜ਼ਿੰਦਗੀ ਇੱਕ ਅੱਛੇ ਸਟੈਂਡਰਡ ਦੇ ਉੱਤੇ ਚੱਲੇਗੀ, ਜਿਸ ਨੂੰ ਅਸੀਂ ਸਾਰੇ ਹੀ ਇੰਜੋਏ ਕਰਨਾ ਚਾਹੁੰਦੇ ਹਾਂ। ਹੁਣ ਅਸੀਂ ਗੱਲ ਕਰੀਏ ਕਰਪਸ਼ਨ ਦੀ। ਕਰਪਸ਼ਨ ਬਹੁਤ ਜ਼ਿਆਦਾ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ ਦੁਨੀਆ ਦੇ ਹਰ ਕੋਨੇ ਦੇ ਵਿੱਚ, ਦੁਨੀਆ ਦੇ ਹਰ ਦੇਸ਼ ਦੇ ਵਿੱਚ ਕਰਪਸ਼ਨ ਮੌਜੂਦ ਹੈ। ਅਸੀਂ ਇਸ ਤੋਂ ਮਨਾ ਨਹੀਂ ਕਰ ਸਕਦੇ, ਕਿਉਂਕਿ ਕਰਪਸ਼ਨ ਵਾਕਈ ਐਗਜ਼ਿਸਟ ਕਰਦੀ ਹੈ। ਹੁਣ ਜੇ ਕਿਸੇ ਸਟੇਟਸਮੈਨ ਨੂੰ ਪੁੱਛੋ ਕਿ ਕਰਪਸ਼ਨ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ, ਤਾਂ ਉਹ ਕਹਿਣਗੇ ਨੋ, ਕਰਪਸ਼ਨ ਬਿਲਕੁਲ ਨਹੀਂ ਹੋਣੀ ਚਾਹੀਦੀ, ਖਤਮ ਕਰ ਦਿਓ ਇਸ ਕਰਪਸ਼ਨ ਨੂੰ, ਕਿਉਂਕਿ ਇਹੀ ਤਾਂ ਸਾਰੀ ਸਮੱਸਿਆ ਦੀ ਜੜ ਹੈ। ਇਨਸਾਨ ਲਾਲਚ ਵਿੱਚ ਆ ਕੇ ਕਰਪਸ਼ਨ ਕਰਦਾ ਹੈ, ਇਹ ਲਾਲਚ ਹੀ ਤਾਂ ਹਰ ਸਮੱਸਿਆ ਦੀ ਜੜ ਹੈ। ਤਾਂ ਸਟੇਟਸਮੈਨ ਕਹੇਗਾ ਕਰਪਸ਼ਨ ਖਤਮ ਹੋਣੀ ਚਾਹੀਦੀ ਹੈ ਤਾਂ ਕਿ ਜ਼ਿੰਦਗੀ ਬਿਲਕੁਲ ਸਹੀ ਹੋ ਜਾਵੇ, ਜ਼ਿੰਦਗੀ ਬਿਲकुल पवित्र हो जाए। पर जो एक पॉलिटिशियन है वो चालाक है, वो कहेगा नहीं करप्शन खत्म नहीं होनी चाहिए। क्यों? वो एक तर्क देवेगा कि साडे देश दे विच ਵੱਖੋ-ਵੱਖ लोग ने, ਵੱਖੋ-ਵੱਖ पार्टीज़ ने, ਵੱਖੋ-ਵੱਖ आइडियोलॉजी है, उन्हां सब दे वर्कर्स ने आपस च भिड़दे ने ना, क्योंकि अलग-अलग आइडियोलॉजी करके उन्हां दी आपस च बनदी नहीं, इस करके ਵੱਖਰੇ-ਵੱਖਰੇ विचार रखते ने। पर करप्शन का मुद्दा एक ऐसा मुद्दा है जिहदे उत्ते सारिਆਂ ਦੀ विचारधारा एक हो जाती है, क्योंकि सारे मिल के करप्ट हो जाते हाँ तो सारे इकट्ठे हो जाते हैं। इस करके करप्शन तो खत्म होनी ही नहीं चाहिए। यही तो वो चीज़ है जिहड़ी सबनूं इकट्ठा करती है। जिन्नियां मर्जी गल्लां कर लवो, जिन्ने मर्जी आइडियाज़ दे दो, जिन्नियां मर्जी विचारधारावां लै आओ, पर जदों करप्शन की विचारधारा आती है तो सारे जने चुप हो जाते हैं, सारे आइडियाज़ खत्म हो जाते हैं, सारिया विचारधारावां खत्म हो जांदियां ने, सिर्फ असीं करप्शन उत्ते फोकस करते हैं। इस करके करप्शन तो वो ताकत है जो सबनों इकट्ठा करती है, करप्शन तो वो ताकत है जो यूनिटी देती है, इस करके एकता देती है। इस करके एकता दे विच बहुत ताकत होंदी है। सानू सारिਆਂ ਨੂੰ करप्ट होके एक हो जाना चाहिए है ताकि असी आपस दे विच झगड़ना ही बंद कर दईए। इस करके करप्शन बहुत ज़्यादा जरूरी है सानू इकट्ठिया करन दे विच। सो असी ये जिहड़ियां सारियां गल्लां लै रहे हाँ एक मजाक दे रूप दे विच जरूर लै रहे हाँ, पर किते ना किते इहदे विच साडे दिल दा दर्द भी दिखाई देंदा है सारिਆਂ ਨੂੰ कि असी की कह रहे हाँ। असल दे विच सानू सब नू पता है कि जो करप्शन है उसनू असी सारे एक्सैप्ट कर चुके हाँ, उन्होंने असी अंदरों सारे लीगल मन चुके हाँ। उत्तों जरूर कहांगे कि ये गैर कानूनी है, इलीगल है, पर अंदरों एक्सैप्ट करते हाँ। सानू पता है ये एग्जिस्ट करती है, इस तो बिना काम नहीं चल सकता। सो फिर उत्तों ड्रामा करके दिखाने हाँ। पर स्टेट्समैन जो है वो बहुत स्ट्रोंग होंदा है, वो कहता है नहीं किसी भी कीमत के उत्ते करप्शन खत्म होनी चाहिए है, क्योंकि ये वो बीमारी है जो उन्हां वास्ते भी खतरनाक है जो इसनू एक्सैप्ट करते हैं, तो उन्हां वास्ते भी खतरनाक है जो इसनू एक्सैप्ट नहीं करते, क्योंकि ये बीमारी समाज दे विच ऐसी बीमारी है जो सारे समाज नू खा जाती है। इट्स लाइक कैंसर। सो इसनू ज़रूर खत्म होना चाहिए है। इस करके स्टेट्समैन हमेशा करप्शन नू खत्म करन दे हक विच होएगा ताकि जिंदगी स्मूथ हो सके,
ਕੁਆਲਿਟੀ ਆਫ ਲਾਈਫ ਬਣ ਸਕੇ, ਸਟੈਂਡਰਡ ਆਫ ਲਿਵਿੰਗ ਬਹੁਤ ਵਧੀਆ ਹੋਵੇ ਹਰ ਸਿਟੀਜ਼ਨ ਦਾ ਤੇ ਹਰ ਨਾਗਰਿਕ ਖੁਸ਼ ਹੋਵੇ। ਇੱਕ ਪੁਆਇੰਟ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਹਿਊਮਨ ਰਾਈਟਸ। ਪੂਰੀ ਦੁਨੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾਂਦੀ ਹੈ। ਸੋ ਮਨੁੱਖੀ ਅਧਿਕਾਰ ਕੀ ਨੇ ਕਿ ਹਰ ਇਨਸਾਨ ਨੂੰ ਜਿਉਣ ਦਾ ਹੱਕ ਹੈ, ਕਿਉਂਕਿ ਉਹ ਸੰਸਾਰ 'ਚ ਪੈਦਾ ਹੋਇਆ, ਇਸ ਧਰਤੀ ਦੇ ਉੱਤੇ ਪੈਦਾ ਹੋਇਆ ਹੈ, ਤਾਂ ਜਿਹੜੀਆਂ ਚੀਜ਼ਾਂ ਉਹਦੇ ਜਿਉਂਦੇ ਰਹਿਣ ਵਾਸਤੇ ਜ਼ਰੂਰੀ ਨੇ ਉਹਨੂੰ ਜ਼ਰੂਰ ਮਿਲਣੀਆਂ ਚਾਹੀਦੀਆਂ ਨੇ। ਤਾਂ ਇਸ ਸਾਲ ਦਾ ਜਿਹੜਾ ਥੀਮ ਰੱਖਿਆ ਹੈ 2021 ਦਾ, ਉਹ ਇਹ ਥੀਮ ਹੈ ਕਿ ਸੰਸਾਰ ਵਿੱਚ ਜਿਹੜੀ ਨਾ ਬਰਾਬਰੀ ਹੈ ਉਹ ਖਤਮ ਹੋਣੀ ਚਾਹੀਦੀ ਹੈ ਤਾਂ ਕਿ ਇਨਸਾਨੀਅਤ ਤਰੱਕੀ ਕਰ ਸਕੇ। ਜਿਸ ਦਿਸ਼ਾ ਦੇ ਵੱਲ ਅਸੀਂ ਇਸ ਨੂੰ ਲੈ ਕੇ ਜਾਣਾ ਚਾਹੁੰਦੇ ਹਾਂ ਤੇ ਉਹ ਦਿਸ਼ਾ ਹੈ ਤਰੱਕੀ ਦੀ, ਖੁਸ਼ਹਾਲੀ ਦੀ। ਸੋ ਨਾ ਬਰਾਬਰੀ ਕੀ ਹੈ? ਇੱਕ ਦੇਸ਼ ਅਮੀਰ, ਇੱਕ ਦੇਸ਼ ਵਿਕਾਸਸ਼ੀਲ ਹਜੇ ਮੀਡੀਓਕਰ ਹੈ, ਇੱਕ ਦੇਸ਼ ਗਰੀਬ ਦੇਸ਼, ਇੱਕ ਇਨਸਾਨ ਅਮੀਰ ਇਨਸਾਨ, ਇੱਕ ਇਨਸਾਨ ਗਰੀਬ ਇਨਸਾਨ, ਇੱਕ ਮਿਡਲ ਕਲਾਸ। ਸੋ ਇਹ ਨਾ ਬਰਾਬਰੀ ਜਿਹੜੀ ਹੈ ਇਹ ਸਾਰੀਆਂ ਸਮੱਸਿਆਵਾਂ ਦੀ ਜੜ ਹੈ, ਕਿਉਂਕਿ ਇੱਥੇ ਕਿਤੇ ਨਾ ਕਿਤੇ ਇਹ ਵੀ ਗੱਲ ਆ ਜਾਂਦੀ ਹੈ ਕਿ ਹਰੇਕ ਕੋਲ ਹਰ ਚੀਜ਼ ਨਹੀਂ ਹੈ ਜੋ ਉਸਦੀ ਲੋੜ ਦੀ ਚੀਜ਼ ਹੈ, ਉਹਦੀ ਜੀਵਨ ਵਿੱਚ ਉਹ ਚੀਜ਼ ਮਾਈਨਸ ਹੈ, ਨਹੀਂ ਹੈ, ਉਹ ਉਸ ਨੂੰ ਹਾਸਿਲ ਕਰਨਾ ਚਾਹੁੰਦਾ ਹੈ ਪਰ ਹਾਸਿਲ ਕਰਨ ਵਾਸਤੇ ਉਹਦੇ ਕੋਲ ਸੋਰਸਿਸ ਨਹੀਂ ਹੈਗੇ। ਉਹ ਮਿਹਨਤ ਕਰਨ ਨੂੰ ਤਿਆਰ ਹੈ ਪਰ ਮਿਹਨਤ ਕਿੱਥੇ ਕਰੇ? ਉਹਦੇ ਕੋਲ ਮਿਹਨਤ ਕਰਨ ਵਾਸਤੇ ਕੋਈ ਓਪਰਚੁਨਿਟੀ ਨਹੀਂ ਹੈ, ਕੋਈ ਮੌਕਾ ਨਹੀਂ ਹੈ, ਤੇ ਉਹ ਕਰਪਸ਼ਨ ਕਰਨਾ ਨਹੀਂ ਚਾਹੁੰਦਾ, ਗਲਤ ਢੰਗ ਅਪਣਾਉਣਾ ਨਹੀਂ ਚਾਹੁੰਦਾ, ਤੇ ਫਿਰ ਇਹ ਨਾ ਬਰਾਬਰੀ ਕਿਵੇਂ ਦੂਰ ਹੋਏਗੀ? ਇੱਕ ਇਨਸਾਨ ਦੀ ਸੈਲਰੀ ਬਹੁਤ ਜ਼ਿਆਦਾ ਹੈ, ਇੱਕ ਇਨਸਾਨ ਦੀ ਸੈਲਰੀ ਬਹੁਤ ਘੱਟ ਹੈ। ਮੰਨ ਲਿਆ ਕਿ ਜਿਸ ਦੀ ਸੈਲਰੀ ਬਹੁਤ ਜ਼ਿਆਦਾ ਹੈ ਉਸਨੇ ਬਹੁਤ ਮਿਹਨਤ ਕੀਤੀ ਹੈ, ਬਹੁਤ ਸਟੱਡੀ ਕੀਤੀ ਹੈ, ਬਹੁਤ ਕਾਬਿਲ ਇਨਸਾਨ ਹੈ, ਤੇ ਜਿਹਦੀ ਸੈਲਰੀ ਘੱਟ ਹੈ ਹੋ ਸਕਦਾ ਉਹ ਉਨਾ ਕਾਬਿਲ ਨਾ ਹੋਵੇ, ਉਹਦੀ ਸਟੱਡੀ ਓਨੀ ਨਾ ਹੋਵੇ, ਪਰ ਇਹ ਵੀ ਹੋ ਸਕਦਾ ਕਿ ਉਹ ਜ਼ਿਆਦਾ ਕਾਬਿਲ ਹੋਵੇ ਪਰ ਉਹਨੂੰ ਮੌਕਾ ਨਹੀਂ ਮਿਲਿਆ, ਉਹ ਜ਼ਿਆਦਾ ਪੜ੍ਹਿਆ ਲਿਖਿਆ ਹੋਵੇ ਪਰ ਉਹਨੂੰ ਮੌਕਾ ਨਹੀਂ ਮਿਲਿਆ। ਉਹਦੇ ਹਾਲਾਤ ਐਸੇ ਨੇ ਕਿ ਉਹਨੂੰ ਮਜਬੂਰ ਹੋ ਕੇ ਉਹ ਕੰਮ ਕਰਨਾ ਪੈ ਰਿਹਾ ਹੈ ਜੋ ਘੱਟ ਸੈਲਰੀ ਵਾਲਾ ਹੈ, ਪਰ ਜਿਹੜਾ ਜ਼ਿਆਦਾ ਸੈਲਰੀ ਲੈ ਰਿਹਾ ਹੈ ਉਹਨੂੰ ਮੌਕਾ ਮਿਲ ਗਿਆ ਔਰ ਉਹ ਜ਼ਿਆਦਾ ਸੈਲਰੀ ਲੈ ਰਿਹਾ ਹੈ। ਤਾਂ ਇਸ ਤਰ੍ਹਾਂ ਗੈਪ ਹੋ ਗਿਆ, ਇਸ ਤਰ੍ਹਾਂ ਇਹ ਨਾ ਬਰਾਬਰੀ ਹੋ ਗਈ। ਤਾਂ ਇੱਥੇ ਰਿਸਪੌਂਸਿਬਿਲਟੀ ਇਹ ਬਣਦੀ ਹੈ ਕਿ ਅਸੀਂ ਸਾਰੇ ਮਿਲ ਕੇ ਇੱਕ ਦੂਜੇ ਬਾਰੇ ਸੋਚੀਏ। ਇਹਦੇ ਵਿੱਚ ਉਹ ਲੋਕ ਵੀ ਨੇ ਜਿਨ੍ਹਾਂ ਕੋਲ ਕੋਈ ਕੰਮ ਹੀ ਨਹੀਂ, ਜਿਨ੍ਹਾਂ ਕੋਲ ਕੋਈ ਸੈਲਰੀ ਨਹੀਂ ਹੈ, ਹੁਣ ਉਹ ਕੀ ਕਰਨ? ਫਿਰ ਉਹ ਗਲਤ ਕੰਮ ਕਰਕੇ ਆਪਣਾ ਪੈਸਾ ਕਮਾਉਣ ਤਾਂ ਕਿ ਘਰ ਤਾਂ ਚਲਾਉਣਾ ਹੀ ਹੈ, ਜਾਂ ਘਰ ਨਹੀਂ ਹੈ ਤੇ ਖੁਦ ਨੂੰ ਤਾਂ ਰੋਟੀ ਖਵਾਉਣੀ ਹੋਈ ਹੈ, ਖੁਦ ਨੂੰ ਤਾਂ ਜਿਉਂਦੇ ਰੱਖਣਾ ਹੈ, ਫਿਰ ਉਹ ਕੀ ਕਰਨ? ਗਲਤ ਕੰਮ ਕਰਨ, ਕ੍ਰਾਈਮ ਕਰਨ। ਸੋ ਇਹ ਚੀਜ਼ ਵਾਸਤੇ ਵੀ ਉਹ ਮਜਬੂਰ ਹੁੰਦੇ ਨੇ। ਸੋ ਜੋ ਇਹ ਨਾ ਬਰਾਬਰੀ ਹੈ ਇਹੀ ਸਾਰੀ ਸਮੱਸਿਆ ਦਾ ਆਧਾਰ ਹੈ। ਕਿਉਂ ਨਾ ਅਸੀਂ ਮਿਲ ਜੁਲ ਕੇ ਇਸ ਨਾ ਬਰਾਬਰੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀਏ, ਅਸੀਂ ਲਾਲਚ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਫਿਰ ਗੱਲ ਮੁੜ ਕੇ ਲਾਲਚ ਤੇ ਆ ਜਾਏਗੀ ਕਿ ਮੈਂ ਕੀ ਲੈਣਾ ਦੇਣਾ ਕਿਸੇ ਤੋਂ, ਮੈਂ ਤਾਂ ਆਪਣੀ ਜ਼ਿੰਦਗੀ ਦੇਖਾਂ। ਠੀਕ ਹੈ, ਫਿਰ ਜਦੋਂ ਤੁਸੀਂ ਮਾੜੀ ਸਥਿਤੀ ਵਿੱਚ ਆਓਗੇ ਉਦੋਂ ਫਿਰ ਦੂਜੇ ਵੀ ਇਹੀ ਕਹਿਣਗੇ ਕਿ ਅਸੀਂ ਕੀ ਲੈਣਾ ਦੇਣਾ, ਅਸੀਂ ਆਪਣੀ ਜ਼ਿੰਦਗੀ ਦੇਖੀਏ। ਫਿਰ ਤੁਸੀਂ ਕਹੋਗੇ ਚਲੋ ਕੋਈ ਨਹੀਂ, ਉਦੋਂ ਦੇਖੀ ਜਾਏਗੀ, ਤੇ ਫਿਰ ਜਦੋਂ ਉਦੋਂ ਦੇਖਣਾ ਪੈਂਦਾ ਹੈ ਉਦੋਂ ਫਿਰ ਮੁਸ਼ਕਿਲ ਹੋ ਜਾਂਦੀ ਹੈ। ਸੋ ਇਹ ਗੱਲਾਂ ਸਾਨੂੰ ਹੁਣ ਤੋਂ ਹੀ ਧਿਆਨ 'ਚ ਦੇਣੀਆਂ ਚਾਹੀਦੀਆਂ ਨੇ ਕਿ ਇਹ ਜਿਹੜੀ ਨਾ ਬਰਾਬਰੀ ਹੈ ਨਾ, ਇਹੀ ਸਾਰੀ ਸਮੱਸਿਆ ਦਾ ਆਧਾਰ ਹੈ। ਫੋਰ ਐਗਜ਼ਾਮਪਲ, ਇੱਕ ਕੰਪਨੀ ਨੇ ਬਣਾ ਲਈ ਕਰੋਨਾ ਦੀ ਦਵਾਈ। ਹੁਣ ਉਹ ਉਸ ਦਾ ਰਾਜ਼ ਨਹੀਂ ਖੋਲ੍ਹਣਾ ਚਾਹੁੰਦਾ, ਦੂਜਿਆਂ ਨੂੰ ਨਹੀਂ ਦੱਸਣਾ ਚਾਹੁੰਦਾ ਕਿ ਇਹ ਦਵਾਈ ਕਿੱਦਾਂ ਬਣਾਈ, ਇਹਦਾ ਫਾਰਮੂਲਾ ਕੀ ਹੈ। ਉਹ ਕਹਿੰਦਾ ਹੈ ਕਿ ਮੈਂ ਖੁਦ ਸਪਲਾਈ ਕਰਾਂਗਾ। ਹੁਣ ਉਹ ਆਪਣੇ ਮਨ ਮਰਜ਼ੀ ਦੇ ਰੇਟਸ ਦੇ ਉੱਤੇ ਉਹ ਦਵਾਈ ਸਪਲਾਈ ਕਰ ਰਿਹਾ ਹੈ ਸਾਰੇ ਦੇਸ਼ਾਂ ਨੂੰ, ਪਰ ਗਰੀਬ ਦੇਸ਼ ਕੀ ਕਰਨ, ਵਿਕਾਸਸ਼ੀਲ ਦੇਸ਼ ਕੀ ਕਰਨ ਜਿਹੜੇ ਉਸ ਨੂੰ ਅਫੋਰਡ ਨਹੀਂ ਕਰ ਸਕਦੇ? ਉਹ ਅਮੀਰਾਂ ਵਾਸਤੇ ਹੋ ਗਈ। ਜੇ ਇਸ ਦੀ ਬਜਾਏ ਉਹ ਫਾਰਮੂਲਾ ਖੋਲ੍ਹ ਦੇਵੇ ਕਿ ਇਨਸਾਨੀਅਤ ਦੀ ਭਲਾਈ ਵਾਸਤੇ, ਸਭ ਦੇ ਵਾਸਤੇ ਜ਼ਰੂਰੀ ਹੈ, ਤਾਂ ਸਾਰੇ ਮਿਲ ਕੇ ਉਹ ਦਵਾਈ ਬਣਾ ਲੈਣ ਤੇ ਕਰੋਨਾ ਤੋਂ ਛੁਟਕਾਰਾ ਮਿਲ ਜਾਏ। ਜੋ ਇਹਦਾ ਵੇਰੀਐਂਟ ਵੀ ਆਇਆ ਹੈ ਓਮਿਕਰੋਨ, ਉਸ ਤੋਂ ਵੀ ਇੰਨਾ ਡਰ ਨਾ ਹੋਵੇ ਕਿਉਂਕਿ ਸਾਡੇ ਸਾਰਿਆਂ ਕੋਲ ਫਾਰਮੂਲਾ ਹੈ। ਪਰ ਉੱਥੇ ਲਾਲਚ ਆ ਗਿਆ। ਇਹ ਲਾਲਚ ਦੀ ਜਿਹੜੀ ਹਵਸ ਹੈ ਨਾ, ਇਹ ਪੈਸਾ ਕਮਾਉਣ ਦੀ ਜਿਹੜੀ ਹਵਸ ਹੈ, ਇਹ ਸਾਰੀਆਂ ਬਿਮਾਰੀਆਂ ਦੀ ਜੜ ਹੈ ਜੋ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਨੇ, ਜੋ ਸਮਾਜ ਨੂੰ ਖਾ ਰਹੀਆਂ ਨੇ, ਔਰ ਇਹੀ ਹੈ ਨਾ ਬਰਾਬਰੀ ਦਾ ਕਾਰਨ। ਜਦੋਂ ਅਸੀਂ ਸਭ ਨੂੰ ਆਪਣੇ ਬਰਾਬਰ ਸਮਝਾਂਗੇ ਤਾਂ ਅਸੀਂ ਇਸ ਨਾ ਬਰਾਬਰੀ ਨੂੰ ਹਟਾ ਦੇਵਾਂਗੇ। ਫਿਰ ਅਸੀਂ ਗੱਲ ਕਰਾਂਗੇ ਹਿਊਮਨ ਰਾਈਟਸ ਦੀ, ਫਿਰ ਅਸੀਂ ਗੱਲ ਕਰਾਂਗੇ ਜੋ ਪੂਰੀ ਦੁਨੀਆ ਦੇ ਵਿੱਚ ਹਿਊਮਨ ਰਾਈਟਸ ਦੀ ਗੱਲ ਹੋ ਰਹੀ ਹੈ, ਜੋ ਸਾਡੇ ਪੁਰਖਿਆਂ ਨੇ, ਗੁਰੂ ਸਾਹਿਬਾਨ ਨੇ ਸਾਨੂੰ ਸਮਝਾਇਆ ਹੈ ਕਿ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ, ਸਾਰੇ ਬਰਾਬਰ ਹਾਂ, ਏਕ ਪਿਤਾ ਏਕਸ ਕੇ ਹਮ ਬਾਰਿਕ। ਇਹ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ, ਜੇ ਇਹਦੇ ਮੁਤਾਬਿਕ ਚੱਲੀਏ ਤਾਂ ਦੁਨੀਆ ਦੇ ਵਿੱਚ ਕਿਤੇ ਕੋਈ ਗਰੀਬੀ ਨਹੀਂ ਹੋਏਗੀ, ਕਿਤੇ ਕੋਈ ਨਾ ਬਰਾਬਰੀ ਨਹੀਂ ਹੋਏਗੀ, ਕਿਤੇ ਇੱਕ ਇਨਸਾਨ ਦੂਸਰੇ ਇਨਸਾਨ ਨੂੰ ਐਕਸਪਲੋਇਟ ਨਹੀਂ ਕਰੇਗਾ, ਕਿਤੇ ਕੋਈ ਸ਼ੋਸ਼ਣ ਨਹੀਂ ਹੋਏਗਾ, ਸਭ ਦੇ ਕੋਲ ਕੁਆਲਿਟੀ ਆਫ ਲਾਈਫ ਹੋਏਗੀ, ਸਭ ਦੇ ਕੋਲ ਸਟੈਂਡਰਡ ਆਫ ਲਿਵਿੰਗ ਹੋਏਗਾ, ਸਭ ਖੁਸ਼ ਹੋਣਗੇ, ਸਭ ਖੁਸ਼ਹਾਲ ਹੋਣਗੇ। ਇਹ ਸਾਰੀ ਗੱਲ ਆ ਜਾਂਦੀ ਹੈ ਵੋਟਿੰਗ ਦੇ ਉੱਤੇ ਕਿ ਅਸੀਂ
ਕਿਸ ਤਰ੍ਹਾਂ ਚੁਣਦੇ ਹਾਂ ਆਪਣਾ ਕੈਂਡੀਡੇਟ, ਜਿਸ ਨੂੰ ਅਸੀਂ ਪਾਵਰ ਦੇ ਵਿੱਚ ਲੈ ਕੇ ਆਏ ਹਾਂ, ਜਿਸ ਨੂੰ ਅਸੀਂ ਪਾਵਰ ਦੀ ਕੁਰਸੀ ਤੇ ਬਿਠਾਉਂਦੇ ਹਾਂ, ਅਸੀਂ ਕਿਸ ਤਰ੍ਹਾਂ ਚੁਣਦੇ ਹਾਂ? ਅਸੀਂ ਚੁਣਦੇ ਹਾਂ ਆਪਣੀ ਸੋਚ ਨਾਲ, ਸਮਝ ਨਾਲ ਕਿ ਕਿਸ ਨੂੰ ਵੋਟ ਦੇਣੀ ਚਾਹੀਦੀ ਹੈ, ਕਿਸ ਨੂੰ ਵੋਟ ਨਹੀਂ ਦੇਣੀ ਚਾਹੀਦੀ। ਕਿਉਂਕਿ ਇਲੈਕਸ਼ਨਸ ਦਾ ਮਾਹੌਲ ਚੱਲ ਰਿਹਾ ਹੈ, ਇਹ ਸਾਨੂੰ ਸਾਰਿਆਂ ਨੂੰ ਸੋਚਣਾ ਹੈ ਕਿ ਕੌਣ ਇਸ ਕਾਬਿਲ ਹੈ ਜਿਸ ਨੂੰ ਇਸ ਕੁਰਸੀ ਤੇ ਬਿਠਾਇਆ ਜਾਏ। ਸੋ ਇਹਦੇ ਵਾਸਤੇ ਇੱਕ ਬਹੁਤ ਵਧੀਆ ਐਗਜ਼ਾਮਪਲ ਦਿੱਤੀ ਗਈ ਹੈ ਜੋ ਸੁਕਰਾਤ ਨੇ ਦਿੱਤੀ ਸੀ ਆਪਣੇ ਇੱਕ ਚੇਲੇ ਨੂੰ, ਕਿ ਡੈਮੋਕ੍ਰੇਸੀ ਦੇ ਵਿੱਚ ਅਸੀਂ ਕੀ ਕਰਦੇ ਹਾਂ, ਲੋਕਤੰਤਰ ਦੇ ਵਿੱਚ ਅਸੀਂ ਕੀ ਕਰਦੇ ਹਾਂ। ਇਲੈਕਸ਼ਨਸ ਦੇ ਵਿੱਚ ਅਸੀਂ ਬੰਦੇ ਚੁਣਦੇ ਹਾਂ, ਨੁਮਾਇੰਦੇ ਚੁਣਦੇ ਹਾਂ ਜਿਨ੍ਹਾਂ ਨੂੰ ਅਸੀਂ ਪਾਵਰ ਦੇ ਵਿੱਚ ਲੈ ਕੇ ਆਉਂਦੇ ਹਾਂ। ਸੋ ਉਹਦੇ ਵਿੱਚ ਵੋਟਿੰਗ ਹੀ ਸਭ ਤੋਂ ਵਧੀਆ ਪਾਵਰ ਚੁਣਨ ਦੇ ਵਿੱਚ ਸਾਡੀ ਸਹਾਇਕ ਹੁੰਦੀ ਹੈ। ਵੋਟਿੰਗ ਜੋ ਹੈ ਨਾ, ਉਹ ਇੱਕ ਕਲਾ ਹੈ, ਉਹ ਇੱਕ ਆਰਟ ਹੈ ਜੋ ਸਾਨੂੰ ਘਰ ਦੇ ਵਿੱਚ ਸਿਖਾਈ ਜਾਣੀ ਚਾਹੀਦੀ ਹੈ, ਜੋ ਸਾਨੂੰ ਸਕੂਲਾਂ ਦੇ ਵਿੱਚ ਸਿਖਾਈ ਜਾਣੀ ਚਾਹੀਦੀ ਹੈ, ਜੋ ਸਾਨੂੰ ਕਾਲਜ ਦੇ ਵਿੱਚ ਸਿਖਾਈ ਜਾਣੀ ਚਾਹੀਦੀ ਹੈ। ਇਹਦੀ ਉਦਾਹਰਣ ਕਿਸ ਤਰ੍ਹਾਂ ਦਿੱਤੀ ਉਹਨੇ, ਸੁਕਰਾਤ ਨੇ, ਕਿ ਮੰਨ ਲਓ ਤੁਸੀਂ ਇੱਕ ਪਾਣੀ ਦਾ ਜਹਾਜ਼ ਚਲਾਉਣ ਵਾਸਤੇ ਇੱਕ ਕੈਪਟਨ ਨੂੰ ਚੁਣਨਾ ਹੈ, ਤਾਂ ਤੁਸੀਂ ਕਿੱਦਾਂ ਚੁਣੋਗੇ ਕੈਪਟਨ ਨੂੰ? ਕਿ ਉਸ ਦੀ ਕਾਬਲੀਅਤ ਦੇਖੋਗੇ। ਜੋ ਵੱਡੇ ਵੱਡੇ ਐਕਸਪਰਟਸ ਨੇ, ਟੈਕਨੀਕਲ ਇੰਜੀਨੀਅਰਸ ਨੇ, ਵੱਡੇ ਵੱਡੇ ਉਸਤਾਦ ਨੇ ਜੋ ਸ਼ਿਪ ਦੀ ਇਸ ਕਲਾ ਨੂੰ ਜਾਣਦੇ ਨੇ, ਸਮੁੰਦਰੀ ਜਹਾਜ਼ ਦੀ ਇਸ ਕਲਾ ਨੂੰ ਜਾਣਦੇ ਨੇ, ਉਹਦਾ ਟੈਸਟ ਲੈਣਗੇ, ਵਾਰ-ਵਾਰ ਉਹਨੂੰ ਪਰਖਿਆ ਜਾਏਗਾ। ਜਦੋਂ ਦੇਖਣਗੇ ਕਿ ਉਹ ਹਰ ਪਾਸਿਓਂ ਕਾਬਿਲ ਹੈ, ਤਾਂ ਉਹਨੂੰ ਉਹ ਉਸ ਸ਼ਿਪ ਦਾ, ਉਸ ਪਾਣੀ ਦੇ ਜਹਾਜ਼ ਦਾ, ਉਸ ਸਮੁੰਦਰੀ ਜਹਾਜ਼ ਦਾ ਹੈੱਡ ਬਣਾਉਣਗੇ, ਉਹਨੂੰ ਸਾਰੀ ਜ਼ਿੰਮੇਵਾਰੀ ਦੇਣਗੇ ਕਿ ਬਈ ਤੂੰ ਇਸ ਸਮੁੰਦਰੀ ਜਹਾਜ਼ ਨੂੰ ਚਲਾ। ਇਸੇ ਤਰ੍ਹਾਂ ਦੀ ਐਗਜ਼ਾਮਪਲ ਅਸੀਂ ਜੇ ਮਾਡਰਨ ਟਾਈਮ 'ਚ ਲੈਣਾ ਚਾਹੀਏ ਤਾਂ ਅਸੀਂ ਕਹਾਂਗੇ ਕਿ ਐਰੋਪਲੇਨ ਦੇ ਵਾਸਤੇ ਇੱਕ ਪਾਇਲਟ ਚੁਣਨਾ ਹੈ, ਤਾਂ ਜਿਹੜੇ ਕਾਬਿਲ ਬੰਦੇ, ਟੈਕਨੀਕਲ ਬੰਦੇ ਸਭ ਕੁਝ ਜਾਣਦੇ ਨੇ ਕਿ ਪਾਇਲਟ ਨੂੰ ਕਿਵੇਂ ਚੁਣਨਾ ਚਾਹੀਦਾ ਹੈ, ਉਹਦੇ 'ਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਨੇ, ਕਿਹੜੀ ਕਿਹੜੀ ਕਾਬਲੀਅਤ ਹੋਣੀ ਚਾਹੀਦੀ ਹੈ, ਉਹਨੂੰ ਹਵਾਈ ਜਹਾਜ਼ ਉਡਾਉਣਾ ਵੀ ਆਉਂਦਾ ਕਿ ਨਹੀਂ ਆਉਂਦਾ, ਇਹ ਸਾਰੇ ਉਹਦੇ ਟੈਸਟ ਹੋਣਗੇ। ਤਾਂ ਹਰ ਐਂਗਲ ਤੋਂ ਪਰਖਣ ਤੋਂ ਬਾਅਦ ਹੀ ਉਹਨੂੰ ਪਾਇਲਟ ਚੁਣਿਆ ਜਾਏਗਾ। ਉਸੇ ਤਰ੍ਹਾਂ ਜਿਸ ਤਰ੍ਹਾਂ ਪਾਣੀ ਦੇ ਜਹਾਜ਼ ਦਾ ਕੈਪਟਨ ਚੁਣਨਾ ਹੈ, ਉਸੇ ਤਰ੍ਹਾਂ ਠੀਕ ਉਸੇ ਤਰ੍ਹਾਂ ਅਸੀਂ ਚੁਣਨਾ ਹੈ ਹਵਾਈ ਜਹਾਜ਼ ਵਾਸਤੇ ਪਾਇਲਟ। ਤਾਂ ਉਹਦੇ ਵਾਸਤੇ ਅਸੀਂ ਕਾਬਲੀਅਤ ਦੇਖਾਂਗੇ, ਜਿਹੜੇ ਸੀਨੀਅਰਸ ਨੇ ਕਾਬਲੀਅਤ ਦੇਖਣਗੇ। ਇਹ ਤਾਂ ਨਹੀਂ ਨੇ ਕਿ 10 ਬੰਦੇ ਖੜੇ ਕਰ ਦਿੱਤੇ ਤੇ ਜਿਹਨੂੰ ਜ਼ਿਆਦਾ ਵੋਟਾਂ ਪੈ ਗਈਆਂ ਉਹਨੂੰ ਪਾਇਲਟ ਬਣਾ ਦਿੱਤਾ, ਉਹਨੂੰ ਉਹ ਸ਼ਿਪ ਦਾ ਕੈਪਟਨ ਬਣਾ ਦਿੱਤਾ, ਤੇ ਉਹਨੂੰ ਸ਼ਿਪ ਚਲਾਉਣਾ ਨਹੀਂ ਆਉਂਦਾ, ਉਹਨੂੰ ਜਹਾਜ਼ ਉਡਾਉਣਾ ਨਹੀਂ ਆਉਂਦਾ, ਤੇ ਫਿਰ ਕੀ ਕੀਤਾ ਜਾਏ? ਉਹ ਤਾਂ ਫਿਰ ਸ਼ਿਪ ਨੂੰ ਡੁਬੋ ਦੇਗਾ, ਐਰੋਪਲੇਨ ਨੂੰ ਕ੍ਰੈਸ਼ ਕਰ ਦੇਗਾ, ਕਿਉਂਕਿ ਉਸ ਕਾਬਿਲ ਨਹੀਂ ਹੈ। ਤਾਂ ਇਸੇ ਤਰ੍ਹਾਂ ਹੀ ਜਦੋਂ ਅਸੀਂ ਇਲੈਕਸ਼ਨਸ ਨੂੰ ਲੈਂਦੇ ਹਾਂ, ਜਿਵੇਂ ਸੋਕਰੇਟਿਸ ਨੇ, ਸੁਕਰਾਤ ਨੇ ਇਹ ਸਾਰੀ ਐਗਜ਼ਾਮਪਲ ਦਿੱਤੀ ਸੀ, ਕਿ ਅਸੀਂ ਇਹ ਦੇਖੀਏ ਕਿ ਇਹ ਬੰਦਾ ਜਿਹਨੂੰ ਅਸੀਂ ਚੁਣ ਰਹੇ ਹਾਂ, ਨੁਮਾਇੰਦਾ ਜਿਹਨੂੰ ਅਸੀਂ ਪਾਵਰ ਤੇ ਕੁਰਸੀ ਤੇ ਬਿਠਾ ਰਹੇ ਹਾਂ, ਤਾਂ ਉਹ ਬੰਦਾ ਇਸ ਕਾਬਿਲ ਹੈ ਕਿ ਨਹੀਂ ਹੈ। ਉਹਨੂੰ ਸ਼ਿਪ ਚਲਾਉਣਾ ਆਉਂਦਾ ਹੈ, ਉਹਨੂੰ ਹਵਾਈ ਜਹਾਜ਼ ਉਡਾਉਣਾ ਆਉਂਦਾ ਹੈ। ਜੇ ਨਹੀਂ ਆਉਂਦਾ ਤਾਂ ਇਲੈਕਸ਼ਨਸ ਦੇ ਬੇਸ ਦੇ ਉੱਤੇ, ਵੋਟਾਂ ਦੇ ਬੇਸ ਦੇ ਉੱਤੇ ਜੇ ਉਹ ਜਿੱਤ ਵੀ ਗਿਆ ਤਾਂ ਇੱਕ ਮਾੜਾ ਰਿਪਰੈਜ਼ੈਂਟੇਟਿਵ ਸਾਬਿਤ ਹੋਏਗਾ, ਇੱਕ ਮਾੜਾ ਆਗੂ ਸਾਬਿਤ ਹੋਏਗਾ, ਇੱਕ ਮਾੜਾ ਲੀਡਰ ਸਾਬਿਤ ਹੋਏਗਾ, ਕਿਉਂਕਿ ਉਹਦੇ ਅੰਦਰ ਉਹ ਕੁਆਲਿਟੀ ਨਹੀਂ ਹੈ, ਉਹਦੇ ਅੰਦਰ ਉਹ ਗੁਣ ਨਹੀਂ ਹੈ ਜੋ ਚਾਹੀਦੇ ਨੇ ਇੱਕ ਵਧੀਆ ਆਗੂ ਬਣਨ ਵਾਸਤੇ, ਇੱਕ ਵਧੀਆ ਲੀਡਰ ਬਣਨ ਵਾਸਤੇ। ਸੋ ਉਹਦੇ ਵਾਸਤੇ ਐਗਜ਼ਾਮਪਲਸ ਕੀ ਨੇ? ਸਾਡੇ ਸਾਹਮਣੇ ਵੱਡੇ ਵੱਡੇ ਨਾਂ ਆਉਂਦੇ ਨੇ। ਸ਼ਹੀਦ ਆਜ਼ਮ ਭਗਤ ਸਿੰਘ, ਲੀਡਰਸ ਦੀ ਕੁਆਲਿਟੀਜ਼। ਨੇਤਾ ਜੀ ਸੁਭਾਸ਼ ਚੰਦਰ ਬੋਸ, ਲੀਡਰਸ ਦੀ ਕੁਆਲਿਟੀਜ਼। ਸੋ ਐਸੇ ਬੰਦੇ ਸਾਡੇ ਸਾਹਮਣੇ ਹੋਣ ਤਾਂ ਵਾਕਈ ਉਹ ਲੀਡਰ ਬਣਨ ਦੇ ਕਾਬਿਲ ਨੇ, ਵਾਕਈ ਉਹਨਾਂ ਨੂੰ ਚੁਣ ਕੇ ਬਿਠਾਉਣਾ ਚਾਹੀਦਾ ਹੈ ਉਹਨਾਂ ਪਾਵਰਸ ਦੀ ਕੁਰਸੀ ਦੇ ਉੱਤੇ, ਤਾਂ ਕਿ ਉਹ ਸਾਡੇ ਵਾਸਤੇ ਕੰਮ ਕਰ ਸਕਣ। ਪਰ ਜੇ ਉਹਨਾਂ ਦੇ ਵਿੱਚ ਕਾਬਲੀਅਤ ਨਹੀਂ ਹੈ, ਸਿਰਫ ਵੋਟਾਂ ਦੇ ਸਿਰ ਦੇ ਉੱਤੇ ਜਿੱਤੇ ਨੇ ਕਿ ਕਿਤੇ ਹੱਕ ਵਿੱਚ ਜ਼ਿਆਦਾ ਵੋਟਾਂ ਭੁਗਤ ਗਈਆਂ, ਉਹ ਤਾਂ ਤੁਸੀਂ ਕਿਸੇ ਤਰ੍ਹਾਂ ਵੀ ਭੁਗਤਾ ਸਕਦੇ ਹੋ ਸਕਦਾ ਹੈ ਕਿ ਜਨਤਾ ਨੂੰ ਸਮਝ ਨਹੀਂ ਆਈ ਕਿ ਇਹ ਬੰਦਾ ਸਹੀ ਹੈ ਜਾਂ ਨਹੀਂ ਹੈ, ਕਿਤੇ ਵੀ ਕੋਈ ਵੀ ਗਲਤੀ ਹੋ ਸਕਦੀ ਹੈ। ਤਾਂ ਉੱਥੇ ਅਗਰ ਗਲਤ ਬੰਦੇ ਨੂੰ ਚੁਣ ਲਿਆ ਤਾਂ ਉਹ ਨਾ ਉਹ ਕੈਪਟਨ ਹੈ, ਨਾ ਉਹ ਪਾਇਲਟ ਹੈ, ਨਾ ਉਹਦੇ ਉਹ ਜਾਂਚ ਆਉਂਦੀ ਹੈ ਕਿ ਕਿੱਦਾਂ ਸ਼ਿਪ ਚਲਾਉਣਾ ਹੈ, ਕਿਸ ਤਰ੍ਹਾਂ ਐਰੋਪਲੇਨ ਉਡਾਉਣਾ ਹੈ, ਤਾਂ ਫਿਰ ਨਤੀਜਾ ਕੀ ਹੋਏਗਾ? ਐਕਸੀਡੈਂਟ ਹੋਏਗਾ, ਨਤੀਜੇ ਸਹੀ ਨਹੀਂ ਆਉਣਗੇ। ਇਸ ਕਰਕੇ ਇਹ ਚੀਜ਼ਾਂ ਖਾਸ ਤੌਰ ਤੇ ਸਾਨੂੰ ਕੈਲਕੂਲੇਟ ਕਰਨੀਆਂ ਪੈਣਗੀਆਂ। ਕੌਣ ਕਾਬਿਲ ਹੈ, ਕੌਣ ਕਾਬਿਲ ਨਹੀਂ ਹੈ, ਕਿਸ ਨੂੰ ਵੋਟ ਦੇਣੀ ਹੈ, ਕਿਸ ਨੂੰ ਵੋਟ ਨਹੀਂ ਦੇਣੀ ਹੈ। ਸੋ ਸਾਰੀਆਂ ਗੱਲਾਂ ਇਮੋਸ਼ਨਸ ਨਾਲ ਜੁੜੀਆਂ ਹੋਈਆਂ ਨੇ। ਆਪਣੇ ਇਮੋਸ਼ਨਸ ਨੂੰ ਪਛਾਣੋ, ਆਪਣੇ ਇਮੋਸ਼ਨਸ ਨੂੰ ਕੈਲਕੂਲੇਟ ਕਰੋ, ਇਮੋਸ਼ਨਲ ਫੂਲ ਨਾ ਬਣੋ। ਹਰ ਚੀਜ਼ ਦਾ ਆਪਣਾ ਇੱਕ ਮਤਲਬ ਹੁੰਦਾ ਹੈ, ਹਰ ਚੀਜ਼ ਨੂੰ ਉਹ ਮਤਲਬ ਦੇਣਾ ਚਾਹੀਦਾ ਜੋ ਉਸ ਦਾ ਬਣਦਾ ਮਤਲਬ ਹੈ। ਸੋ ਸਹੀ ਗੱਲ ਤਾਂ ਇਹ ਹੈ ਕਿ ਸਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਰਾਜਨੀਤੀ ਵਾਸਤੇ ਬਣੇ ਹਾਂ ਜਾਂ ਨਹੀਂ ਬਣੇ ਹਾਂ, ਸਾਡੇ ਵਿੱਚ ਉਹ ਕਾਬਲੀਅਤ ਹੈ ਜਾਂ ਨਹੀਂ ਹੈ, ਇਹਦਾ ਸਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਹੈ। ਜੇ ਅਸੀਂ ਸਮਝਦੇ ਹਾਂ ਕਿ ਅਸੀਂ ਕਾਬਿਲ ਹਾਂ ਤਾਂ ਜ਼ਰੂਰ ਇਸ ਫੀਲਡ ਦੇ ਵਿੱਚ ਕੰਮ ਕਰੋ, ਜ਼ਰੂਰ ਲੋਕਾਂ ਦੀ ਸੇਵਾ ਕਰੋ। ਪਰ ਜਦੋਂ ਸਾਨੂੰ ਪਤਾ ਹੈ ਕਿ ਅਸੀਂ ਇਸ ਦੇ ਕਾਬਿਲ ਨਹੀਂ ਹਾਂ, ਹੋਰ ਬਹੁਤ ਲੋਕ ਨੇ ਜੋ ਇਸ ਫੀਲਡ ਦੇ ਵਿੱਚ ਕੰਮ ਕਰ ਸਕਦੇ ਨੇ, ਉਹਨਾਂ ਕਾਬਿਲ ਲੋਕਾਂ ਨੂੰ ਅੱਗੇ ਲਿਆਇਆ ਜਾਏ, ਕਿਉਂਕਿ ਇਹ ਸਮਾਜ ਦਾ ਸਵਾਲ ਹੈ,
ਇਹ ਦੇਸ਼ ਦਾ ਸਵਾਲ ਹੈ, ਇਹ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਦਾ ਸਵਾਲ ਹੈ, ਤਾਂ ਸਾਨੂੰ ਪੋਲੀਟੀਸ਼ੀਅਨ ਦੀ ਬਜਾਏ ਸਟੇਟਸਮੈਨ ਬਣਨਾ ਚਾਹੀਦਾ ਹੈ ਤਾਂ ਕਿ ਅਸੀਂ ਸਿਰਫ ਇਲੈਕਸ਼ਨਸ ਬਾਰੇ ਨਾ ਸੋਚੀਏ, ਅਸੀਂ ਆਉਣ ਵਾਲੀ ਜਨਰੇਸ਼ਨ ਦੇ ਭਵਿੱਖ ਬਾਰੇ ਸੋਚੀਏ, ਆਉਣ ਵਾਲੀ ਪੀੜ੍ਹੀ ਦੇ ਕੱਲ੍ਹ ਬਾਰੇ ਸੋਚੀਏ, ਆਪਣੇ ਪਿਆਰੇ ਮੁਲਕ ਦੇ ਭਵਿੱਖ ਬਾਰੇ ਸੋਚੀਏ, ਆਪਣੇ ਪਿਆਰੇ ਮੁਲਕ ਦੇ ਸੁਨਹਿਰੇ ਫਿਊਚਰ ਬਾਰੇ ਸੋਚੀਏ। ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੁੱਦਾ ਪ੍ਰੋਗਰਾਮ ਦਾ ਹਿੱਸਾ ਬਣੇ। ਹੋਰ ਅਪਡੇਟਸ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ।